ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। MA ਪ੍ਰੀਵੀਅਸ ਪੰਜਾਬੀ ਦੇ ਸਟੂਡੈਂਟਸ, ਅੱਜ ਬੇਟਾ ਜਿਹੜਾ ਅਸੀਂ ਟੌਪਿਕ ਕਰਨਾ ਹੈ YouTube ਤੇ ਉਹ ਤੁਹਾਡਾ ਜੋ ਹੈ 3rd ਪੇਪਰ ਸਾਹਿਤ ਸਿਧਾਂਤ ਤੇ ਵਿਹਾਰਕ ਆਲੋਚਨਾ ਫਸਟ ਸਮੈਸਟਰ ਦਾ ਜਿਹੜਾ ਤੁਹਾਡਾ ਪੇਪਰ ਹੈ 3rd ਪੇਪਰ ਜਿਹਨੂੰ ਤੁਸੀਂ ਬੋਲਦੇ ਹੋ ਸਾਹਿਤ ਸਿਧਾਂਤ ਤੇ ਵਿਹਾਰਕ ਆਲੋਚਨਾ ਵਾਲਾ ਪੇਪਰ, ਉਹਦਾ ਜਿਹੜਾ 3rd ਯੂਨਿਟ ਹੈ ਪੱਛਮੀ ਵਿਦਵਾਨਾਂ ਵਾਲਾ ਜਿਹੜਾ ਯੂਨਿਟ ਹੈ ਜਿਹਦੇ 'ਚ ਪਲੈਟੋ, ਅਰਸਤੂ, ਲਜਾਈਨਸ, ਰੈਨੇਵੈਲਕ ਅਤੇ ਆਈ ਏ ਰਿਚਰਡਸ ਜਿਹੜੇ ਵਿਦਵਾਨ ਨੇ, ਪੱਛਮੀ ਵਿਦਵਾਨ ਨੇ, ਉਹਨਾਂ ਦੇ ਆਲੋਚਨਾ ਸੰਬੰਧੀ ਵਿਚਾਰ ਤੁਸੀਂ ਕਰਨੇ ਹੁੰਦੇ ਨੇ। ਸਾਹਿਤ ਦੀ ਆਲੋਚਨਾ ਸੰਬੰਧੀ ਉਹਨਾਂ ਦੀ ਕੀ ਵਿਚਾਰਧਾਰਾ ਹੈ ਇਸ ਸੰਬੰਧੀ ਤੁਸੀਂ ਟੌਪਿਕ ਕਰਨੇ ਹੁੰਦੇ ਨੇ। ਅਤੇ ਜਿਵੇਂ ਪਲੈਟੋ ਦਾ ਸਾਹਿਤ ਸਿਧਾਂਤ ਕੀਤਾ ਤੁਸੀਂ, ਅਰਸਤੂ ਦਾ ਕੀਤਾ, ਅਤੇ ਅੱਜ ਜਿਹੜਾ ਆਪਾਂ ਟੌਪਿਕ ਕਰਨਾ ਹੈ ਉਹ ਹੈ ਆਈ ਏ ਰਿਚਰਡਸ ਦਾ ਸਾਹਿਤ ਸਿਧਾਂਤ ਅਤੇ ਆਲੋਚਨਾ ਸੰਬੰਧੀ ਆਈ ਏ ਰਿਚਰਡਸ ਦੇ ਵਿਚਾਰ। ਹੁਣ ਬੇਟਾ ਇੱਕ ਛੋਟੀ ਜਿਹੀ ਸ਼ਬਦਾਂ ਵਿੱਚ, ਥੋੜ੍ਹੇ ਜਿਹੇ ਸ਼ਬਦਾਂ ਵਿੱਚ ਤੁਹਾਨੂੰ ਪਹਿਲਾਂ ਆਲੋਚਨਾ ਦੱਸਦੇ ਹਾਂ ਕੀ ਹੁੰਦਾ। ਦੇਖੋ, ਕਿਸੇ ਬੰਦੇ ਨੇ ਜਿਵੇਂ ਮੰਨਿਆ ਕਿ ਮੈਂ ਲੇਖਕ ਹਾਂ ਅਤੇ ਮੈਂ ਕੋਈ ਨਾਵਲ ਲਿਖਿਆ, ਨਾਟਕ ਲਿਖਿਆ, ਕਵਿਤਾ ਲਿਖੀ, ਕੁਛ ਵੀ ਲਿਖਿਆ, ਮੰਨਿਆ ਮੈਂ ਲੇਖਕ ਹਾਂ। ਅਤੇ ਤੁਸੀਂ ਜਦੋਂ ਉਹਨੂੰ ਪੜ੍ਹੋਗੇ, ਉਹਨੂੰ ਕਵਿਤਾ ਨੂੰ ਪੜ੍ਹੋਗੇ, ਮੰਨਿਆ ਮੈਂ ਕਿ ਤੁਹਾਨੂੰ ਦਿੱਤੀ ਕਿ ਤੁਸੀਂ ਉਹਨੂੰ ਪੜ੍ਹੋ ਉਸ ਕਵਿਤਾ ਨੂੰ, ਅਤੇ ਤੁਸੀਂ ਉਹਦੇ ਕੁਝ ਪੋਜ਼ੀਟਿਵ ਅਤੇ ਕੁਝ ਉਹਦੇ 'ਚੋਂ ਨੈਗੇਟਿਵ ਗੱਲਾਂ ਕੱਢ ਕੇ ਲੈ ਕੇ ਆਓਗੇ ਜਿਹੜੀਆਂ ਉਹੀ ਉਹਦੀ ਆਲੋਚਨਾ ਹੈ। ਅਤੇ ਜਿਹੜਾ ਬੰਦਾ ਲੇਖਕ ਹੁੰਦਾ ਹੈ ਉਹਦੇ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਵਾਲਾ ਕੰਮ ਜੋ ਹੈ ਉਹ ਆਲੋਚਕ ਦਾ ਹੁੰਦਾ, ਕਿਉਂਕਿ ਆਲੋਚਕ ਨੇ ਜੋ ਹੈ, ਕਿਉਂਕਿ ਉਸ ਸਟੇਟ ਆਫ ਮਾਈਂਡ 'ਤੇ, ਜਿਸ ਸਟੇਟ ਆਫ ਮਾਈਂਡ 'ਤੇ ਜਾ ਕੇ ਕੋਈ ਵੀ ਰਾਈਟਰ ਜੋ ਹੈ, ਲੇਖਕ ਜੋ ਹੈ ਰਚਨਾ ਕਰਦਾ ਹੈ ਨਾ, ਉਸ 'ਤੇ ਪਹੁੰਚਣਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ, ਬੇਸ਼ੱਕ ਉਹ ਆਲੋਚਕ ਹੀ ਕਿਉਂ ਨਾ ਹੋਵੇ। ਕਿਉਂਕਿ ਜਿਹੜਾ ਵੀ ਕੋਈ ਲੇਖਕ ਹੁੰਦਾ ਨਾ, ਉਹਦੇ ਕੋਲ ਤੀਜਾ ਨੇਤਰ ਹੁੰਦਾ, ਤੀਜਾ ਨੇਤਰ ਉਹਦੇ ਕੋਲ ਹੁੰਦਾ ਹੈ। ਤੀਜਾ ਨੇਤਰ ਇਹ ਨਹੀਂ ਉਹਦੇ ਮੱਥੇ 'ਚ ਤੀਜੀ ਅੱਖ ਲੱਗੀ ਹੁੰਦੀ ਹੈ, ਨਹੀਂ, ਉਹਦਾ ਦੇਖਣ ਦਾ ਜਿਹੜਾ ਨਜ਼ਰੀਆ ਹੈ ਨਾ ਉਹ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ। ਸਮਾਜ ਨੂੰ, ਧਰਮ ਨੂੰ, ਰਾਜਨੀਤੀ ਨੂੰ, ਆਰਥਿਕਤਾ ਨੂੰ ਵੇਖਣ ਦਾ ਉਹਦਾ ਨਜ਼ਰੀਆ ਜੋ ਹੈ ਉਹ ਵੱਖਰੀ ਤਰ੍ਹਾਂ ਦਾ ਹੁੰਦਾ। ਅਤੇ ਇਸ ਤਰ੍ਹਾਂ ਜਿਹੜਾ ਵੀ ਕੋਈ ਲੇਖਕ ਹੁੰਦਾ ਉਹਦੇ ਜਿਹੜੇ ਅਨੁਭਵ ਨੇ ਉਹ ਤੀਖਣ ਹੁੰਦੇ ਨੇ, ਅਤੇ ਉਹਨੂੰ ਜੋ ਹੈ ਇੱਕ ਉਹਦੇ ਕੋਲ ਕਲਾ ਜਿਹੜੀ ਹੁੰਦੀ ਹੈ ਕਿ ਉਹਨੂੰ ਲਿਖਣ ਦਾ, ਕਲਮ ਨੂੰ ਯੂਜ਼ ਕਰਨ ਦਾ ਉਹਦੇ ਕੋਲ ਢੰਗ ਹੁੰਦਾ, ਉਹਦੇ ਕੋਲ ਵੱਲ ਹੁੰਦਾ ਇਸ ਗੱਲ ਦਾ ਕਿ ਉਹਨੂੰ ਲਿਖਣਾ ਆਉਂਦਾ ਹੈ, ਉਹ ਆਪਣੇ ਵਿਚਾਰਾਂ ਨੂੰ ਕਾਗਜ਼ 'ਤੇ ਪ੍ਰਗਟਾ ਸਕਦਾ ਹੈ। ਅਤੇ ਲੇਖਕ ਉਦੋਂ ਹੀ ਸਫਲ ਮੰਨਿਆ ਜਾ ਸਕਦਾ ਹੈ ਜਦੋਂ ਉਹ ਆਪਣੀ ਵਿਚਾਰਧਾਰਾ ਨੂੰ ਜੋ ਹੈ ਦੂਜਿਆਂ ਦੇ ਅੰਦਰ ਸਥਾਪਿਤ ਕਰਨ ਵਿੱਚ ਸਫਲ ਹੋ ਜਾਏ ਕਿ ਜੋ ਲੇਖਕ ਪੇਸ਼ ਕਰਨਾ ਚਾਹ ਰਿਹਾ ਹੈ ਉਹ ਦੂਜਿਆਂ ਨੂੰ ਵੀ ਮਤਲਬ ਕਿ ਦੂਜੇ ਵੀ ਉਹੀਓ ਗੱਲ ਸੋਚਣ ਜੋ ਲੇਖਕ ਸੋਚਦਾ ਹੈ, ਤਾਂ ਲੇਖਕ ਨੂੰ ਸਫਲ ਮੰਨਿਆ ਜਾਂਦਾ ਹੈ। ਅਤੇ ਆਲੋਚਕ ਜੋ ਹੈ ਉਹਦਾ ਕੰਮ ਦੋਹਰਾ ਹੁੰਦਾ ਹੈ, ਉਹਨੇ ਲੇਖਕ ਦੀ ਸਟੇਟ ਆਫ ਮਾਈਂਡ 'ਤੇ ਵੀ ਗੱਲ ਕਰਨੀ ਹੁੰਦੀ ਹੈ ਕਿ ਕਿਹੜੀ ਸਟੇਟ ਆਫ ਮਾਈਂਡ 'ਤੇ ਰਹਿ ਕੇ ਲੇਖਕ ਨੇ ਜੋ ਹੈ ਇਹ ਰਚਨਾ ਕੀਤੀ, ਅਤੇ ਫਿਰ ਉਹਨੇ ਜੋ ਹੈ ਜੋ ਵੀ ਉਹ ਰਚਨਾ ਹੈ ਉਹਦੇ ਬਹੁਤ ਸਾਰੇ ਪੱਖਾਂ ਨੂੰ ਵੀ ਵਿਚਾਰਨਾ ਹੁੰਦਾ ਹੈ, ਜਿਹਦੇ ਵਿੱਚ ਬਹੁਤ ਸਾਰੇ ਉਹਦੇ ਪੋਜ਼ੀਟਿਵ ਪੱਖ ਹੋ ਸਕਦੇ ਨੇ ਅਤੇ ਬਹੁਤ ਸਾਰੇ ਨੈਗੇਟਿਵ ਪੱਖ ਵੀ ਹੋ ਸਕਦੇ ਨੇ। ਇਹਨੂੰ ਜੋ ਹੈ ਬੇਟਾ ਆਲੋਚਨਾ ਕਿਹਾ ਜਾਂਦਾ ਹੈ। ਹੁਣ ਅਸੀਂ ਟੌਪਿਕ ਨੂੰ ਸ਼ੁਰੂ ਕਰ ਲਈਏ, ਕਿਉਂਕਿ ਮੈਨੂੰ ਲੱਗਦਾ ਹੈ ਟੌਪਿਕ ਥੋੜ੍ਹਾ ਲੰਬਾ ਹੋ ਜਾਏਗਾ, ਫਿਰ ਮੈਂ ਦੂਜੀ ਵੀਡੀਓ ਵਿੱਚ ਪੂਰਾ ਕਰੂੰਗੀ ਮੈਂ ਇਹਨੂੰ। ਪਹਿਲੀ ਵੀਡੀਓ ਦੇਖੋ ਜੀ, ਆਈ ਏ ਰਿਚਰਡਸ ਦਾ ਸਾਹਿਤ ਸਿਧਾਂਤ ਅਤੇ ਆਲੋਚਨਾ ਸੰਬੰਧੀ ਆਈ ਏ ਰਿਚਰਡਸ ਦੇ ਵਿਚਾਰ, ਸਾਹਿਤ ਦੀ ਆਲੋਚਨਾ ਸੰਬੰਧੀ। ਆਈ ਏ ਰਿਚਰਡਸ ਇੱਕ ਪੱਛਮੀ ਵਿਦਵਾਨ ਹੈ, ਜਿਵੇਂ ਇਹਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿਸੇ ਇੰਡੀਅਨ ਬੰਦੇ ਦਾ ਨਾਮ ਨਹੀਂ ਹੈ, ਨਾਲੇ ਹੈ ਵੀ ਇਹ ਸਾਡਾ ਪੱਛਮੀ ਵਿਦਵਾਨਾਂ ਵਾਲੇ ਯੂਨਿਟ ਦਾ ਕੁਐਸਚਨ ਹੈ। ਇੰਡੀਅਨ ਬੰਦਾ ਤਾਂ ਹੈ ਨਹੀਂ। ਦੇਖੋ, ਇਹ ਇੱਕ ਪੱਛਮੀ ਵਿਦਵਾਨ ਹੈ ਜਿਸ ਨੇ ਸਾਹਿਤ ਅਤੇ ਮਨੋਵਿਗਿਆਨ ਦੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਹੋਏ ਕੁਝ ਸਿਧਾਂਤਾਂ ਦੀ ਸਥਾਪਨਾ ਕੀਤੀ। ਕਿਸ ਦੇ ਸਿਧਾਂਤ? ਸਾਹਿਤ ਮਤਲਬ ਕਿ ਕੁਝ ਵੀ, ਨਾਵਲ, ਨਾਟਕ, ਨਿੱਕੀ ਕਹਾਣੀ, ਕਿੱਸਾ, ਵਾਰ, ਕੁਝ ਵੀ ਹੋ ਸਕਦਾ ਹੈ। ਸਾਹਿਤ ਅਤੇ ਮਨੋਵਿਗਿਆਨ ਹੁੰਦਾ ਮਨ ਦੀਆਂ ਗੱਲਾਂ। ਸਾਹਿਤ ਨੂੰ ਮਨੋਵਿਗਿਆਨ ਨਾਲ ਜੋੜਿਆ ਕਿਸ ਨੇ? ਆਈ ਏ ਰਿਚਰਡਸ ਨੇ। ਕੁਝ ਸਿਧਾਂਤ ਉਹਨੇ ਸਥਾਪਿਤ ਕੀਤੇ। ਪੱਛਮੀ ਆਲੋਚਕਾਂ ਵਿੱਚ ਰਿਚਰਡਸ ਇੱਕ ਚਰਚਿਤ ਨਾਂ ਹੈ। ਉਸ ਦੀ ਪੁਸਤਕ ਦਾ ਪ੍ਰਿੰਸੀਪਲਸ ਆਫ ਲਿਟਰੇਰੀ ਕ੍ਰਿਟਿਸਿਜ਼ਮ ਆਲੋਚਨਾ ਦੇ ਖੇਤਰ ਵਿੱਚ ਇੱਕ ਨਵੀਨ ਸਥਾਪਨਾ ਹੈ। ਕਿਹੜੀ ਪੁਸਤਕ? ਦਾ ਪ੍ਰਿੰਸੀਪਲਸ ਆਫ ਲਿਟਰੇਰੀ ਕ੍ਰਿਟਿਸਿਜ਼ਮ ਆਲੋਚਨਾ ਦੇ ਖੇਤਰ ਵਿੱਚ ਇੱਕ ਨਵੀਂ ਸਥਾਪਨਾ ਹੈ। ਇਸ ਪੁਸਤਕ ਵਿੱਚ ਰਿਚਰਡਸ ਨੇ ਕਵਿਤਾ ਦੀ ਬਿੰਬਾਵਲੀ, ਮਤਲਬ ਕਿ ਪੋਇਟਰੀ ਦੀ ਇਮੇਜਿਸ, ਬਿੰਬਾਵਲੀ,
ਜਜ਼ਬੇ ਅਤੇ ਵਿਸ਼ਿਆਂ ਦੇ ਸੰਬੰਧ ਵਿੱਚ ਉਸਨੇ ਚਰਚਾ ਕੀਤੀ ਹੈ। ਪੋਇਟਰੀ ਜਿਹੜੀ ਹੈ ਜਿਹੜੇ ਫਲੋ ਵਿੱਚ ਆ ਕੇ ਲਿਖੀ ਜਾਂਦੀ ਹੈ ਅਤੇ ਕਿਹੜੇ ਕਿਹੜੇ ਉਹਦੇ ਵਿਸ਼ੇ ਹੋ ਸਕਦੇ ਨੇ ਉਹਨਾਂ ਸੰਬੰਧੀ ਜੋ ਹੈ ਉਸਨੇ ਚਰਚਾ ਕੀਤੀ ਹੈ। ਰਿਚਰਡਸ ਜੋ ਹੈ ਉਹ ਕਵਿਤਾ ਨੂੰ ਮਨ ਦੀ ਸਥਿਤੀ ਭਾਵ ਸਟੇਟ ਆਫ ਮਾਈਂਡ ਮੰਨਦਾ ਹੈ। ਜਿਵੇਂ ਬੇਟਾ ਕੋਈ ਵੀ ਪੋਇਟ ਹੁੰਦਾ ਨਾ ਜਿਹੜਾ, ਜਦੋਂ ਉਹਦੇ ਮਨ ਦੇ ਵਿੱਚ ਫਲੋ ਆ ਜਾਏ ਨਾ, ਉਹਦੇ ਦਿਮਾਗ ਵਿੱਚ ਫਲੋ ਆ ਜਾਏ ਕਿ ਉਹਨੇ ਇਸ ਵਿਸ਼ੇ 'ਤੇ ਕੁਛ ਨਾ ਕੁਛ ਲਿਖ ਦੇਣਾ ਹੈ, ਉਹਨੂੰ ਕਿਹਾ ਜਾਂਦਾ ਹੈ ਕਿ ਮਨ ਦੀ ਸਥਿਤੀ ਉਹਦੀ ਸਟੇਟ ਆਫ ਮਾਈਂਡ। ਰਿਚਰਡਸ ਮਾਰਕਸਵਾਦੀਆਂ ਵਾਂਗ ਕਲਾ ਲਈ ਦੇ ਸਿਧਾਂਤ ਨੂੰ ਨਹੀਂ ਮੰਨਦਾ। ਜਿਵੇਂ ਆਪਣੇ ਸਾਡੇ ਮਾਰਕਸਵਾਦੀ ਨੇ ਨਾ, ਮਾਰਕਸਵਾਦੀ ਵਿਚਾਰਧਾਰਾ ਵਿੱਚ ਜੋ ਹੈ ਕਲਾ ਨੂੰ ਕਲਾ ਲਈ ਨਹੀਂ ਮੰਨਿਆ ਜਾਂਦਾ ਕਿ ਜਿਵੇਂ ਕਲਾ ਲਈ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਨਾਵਲ, ਨਾਟਕ, ਨਿੱਕੀ ਕਹਾਣੀ ਇਸ ਲਈ ਨਹੀਂ ਲਿਖਿਆ ਜਾ ਰਿਹਾ ਕਿ ਬਸ ਲਿਖਣਾ ਹੈ, ਕਿ ਮੈਂ ਨਾਵਲ ਲਿਖਣਾ ਹੈ ਬਸ ਮੈਂ ਲਿਖ ਰਿਹਾ ਹਾਂ, ਮੈਂ ਕਵਿਤਾ ਲਿਖਣੀ ਹੈ ਬਸ ਮੈਂ ਲਿਖ ਰਿਹਾ ਹਾਂ, ਇਸ ਲਈ ਨਹੀਂ ਕੁਛ ਵੀ ਲਿਖਿਆ ਜਾਂਦਾ। ਕਲਾ ਲਈ ਦਾ ਮਤਲਬ ਹੈ ਇਸ ਲਈ ਨਹੀਂ ਲਿਖਿਆ ਜਾਂਦਾ ਕਿ ਨਾਵਲ ਲਿਖਣਾ ਹੈ, ਨਾਟਕ ਲਿਖਣਾ ਹੈ, ਸਗੋਂ ਉਹਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਉਹਦਾ ਲਿਖਣ ਦਾ, ਕਿ ਉਹ ਮਾਨਵਤਾ ਦੀ ਭਲਾਈ ਦੇ ਲਈ ਲਿਖਿਆ ਜਾ ਰਿਹਾ ਹੈ, ਸਮਾਜ ਦੀ ਭਲਾਈ ਦੇ ਲਈ ਲਿਖਿਆ ਜਾ ਰਿਹਾ ਹੈ, ਸਮਾਜ ਦੀਆਂ ਬਹੁਤ ਸਾਰੀਆਂ ਕੁਰੀਤੀਆਂ ਨੂੰ ਦਰਸਾਉਣ ਦੇ ਲਈ ਉਹ ਲਿਖਿਆ ਜਾ ਰਿਹਾ ਹੈ। ਜਿਹੜੀਆਂ ਭੈੜੀਆਂ ਗੱਲਾਂ ਸਮਾਜ ਵਿੱਚ ਚੱਲਦੀਆਂ ਨੇ, ਕਿ ਉਹ ਕੁਛ ਨਾ ਕੁਛ ਉਹਦੇ ਲਈ ਉਹਦਾ ਕੋਈ ਮੋਟਿਵ ਹੁੰਦਾ ਲਿਖਣ ਦਾ, ਕੁਛ ਨਾ ਕੁਛ, ਇਹ ਨਹੀਂ ਕਿ ਬਸ ਹਾਂ ਨਾਵਲ ਲਿਖਣਾ ਹੈ ਅਤੇ ਨਾਵਲ ਲਿਖਿਆ। ਅਤੇ ਕਲਾ ਨੈਤਿਕਤਾ ਲਈ ਦੇ ਸਿਧਾਂਤ ਨੂੰ ਕੌਣ ਰਿਚਰਡਸ ਪ੍ਰਵਾਨ ਕਰਦਾ ਹੈ ਕਿ ਸਾਨੂੰ ਨਾ ਕੁਛ ਮੋਰਲ ਵੈਲਿਊਜ਼ ਸਾਡੇ ਅੰਦਰ ਆ ਜਾਣ ਜਦੋਂ ਅਸੀਂ ਲਿਟਰੇਚਰ ਨੂੰ ਪੜ੍ਹੀਏ। ਇਹ ਨਹੀਂ ਹੈ ਕਿ ਬਸ ਨਾਵਲ ਪੜ੍ਹ ਲਿਆ, ਪੜ੍ਹਨਾ ਸੀ ਪੜ੍ਹ ਲਿਆ, ਕੁਛ ਨਾ ਕੁਛ ਅਸੀਂ ਉਹਦੇ ਤੋਂ ਸਿੱਖੀਏ। ਚੰਗੇ ਆਲੋਚਕ ਦੇ ਗੁਣਾਂ ਸੰਬੰਧੀ ਗੱਲ ਕਰਦੇ ਹੋਏ ਰਿਚਰਡਸ ਲਿਖਦਾ ਹੈ ਕਿ ਆਲੋਚਕ ਨੂੰ ਰਚਨਾ ਬਾਰੇ ਨਿਰਣਾ ਕਰਦੇ ਸਮੇਂ ਰਚਨਾ ਦੇ ਲੇਖਕ ਦੀ ਮਨੋਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਇੱਥੇ ਜੋ ਗੱਲ ਹੈ ਉਹ ਇਸ ਬਾਰੇ ਹੈ ਕਿ ਆਲੋਚਕ ਜੋ ਹੈ ਜਦੋਂ ਉਸਨੇ ਕਿਸੇ ਵੀ ਨਾਵਲ ਦੀ, ਨਾਟਕ ਦੀ, ਕਵਿਤਾ ਦੀ, ਕਿਸੇ ਵੀ ਸਾਹਿਤ ਦੇ ਰੂਪ ਦੀ ਜਦੋਂ ਉਹਨੇ ਆਲੋਚਨਾ ਕਰਨੀ ਹੈ ਨਾ, ਅਤੇ ਆਲੋਚਨਾ ਹੋਣੀ ਬੇਟਾ ਜ਼ਰੂਰੀ ਵੀ ਬਹੁਤ ਹੈ, ਕਿਉਂਕਿ ਕੋਈ ਵੀ ਰਚਨਾ ਜੋ ਹੈ ਉਹਦਾ ਪੱਧਰ ਉਸੇ ਵੇਲੇ ਸਾਨੂੰ ਸਮਝ ਆਉਂਦਾ ਹੈ ਜਦੋਂ ਅਸੀਂ ਉਹਦੀ ਆਲੋਚਨਾ ਵਾਲੀ ਪੁਸਤਕ ਪੜ੍ਹਦੇ ਹਾਂ। ਜਿਵੇਂ ਤੁਸੀਂ ਆਪਣਾ ਜਿਹੜਾ ਤੁਹਾਡਾ ਦੂਜਾ ਨਾਵਲ ਵਾਲਾ ਪੇਪਰ ਹੈ ਨਾ, ਸੈਕਿੰਡ ਪੇਪਰ ਹੈ ਤੁਹਾਡਾ ਨਾਵਲ ਵਾਲਾ, ਇਹ ਨਹੀਂ ਹੈ ਕਿ ਇਕੱਲਾ ਨਾਵਲ ਪੜ੍ਹ ਕੇ ਤੁਹਾਡਾ ਕੰਮ ਚੱਲ ਜਾਏਗਾ। ਤੁਸੀਂ ਉਹਦੇ ਆਲੋਚਨਾ ਵਾਲੇ ਕੁਐਸਚਨ ਵੀ ਪੜ੍ਹਨੇ ਨੇ, ਜਿਹਦੇ 'ਚ ਉਹਦੇ 'ਚ ਕੁਐਸਚਨ ਐਗਜ਼ਾਮ ਵਿੱਚ ਜੋ ਕੁਛ ਤੁਸੀਂ ਅਟੈਂਪਟ ਕਰਨਾ ਹੈ, ਉੱਥੇ ਤੁਸੀਂ ਨਾਵਲ ਨਹੀਂ ਲਿਖਣਾ, ਉੱਥੇ ਜਿਹੜੇ ਵੀ ਤੁਹਾਡੇ ਕੋਲ ਟੋਪਿਕ ਹੁੰਦੇ ਨੇ ਨਾ ਉਹ ਆਲੋਚਨਾ ਨਾਲ ਹੀ ਸੰਬੰਧਿਤ ਹੁੰਦੇ ਨੇ ਸਾਰੇ ਦੇ ਸਾਰੇ, ਠੀਕ ਹੈ ਨਾ। ਅਤੇ ਰਿਚਰਡਸ ਕੀ ਮੰਨਦਾ ਹੈ ਕਿ ਆਲੋਚਕ ਨੂੰ ਰਚਨਾ ਬਾਰੇ ਨਿਰਣਾ ਕਰਦੇ ਸਮੇਂ ਰਚਨਾ ਦੇ ਲੇਖਕ ਦੀ ਮਨੋਦਸ਼ਾ ਨੂੰ, ਮਨ ਦੀ ਦਸ਼ਾ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਉਸ ਬੰਦੇ ਨੇ, ਉਸ ਲੇਖਕ ਨੇ ਇਹ ਕਵਿਤਾ ਕਿਉਂ ਲਿਖੀ, ਕੀ ਉਹਦੇ ਦਿਮਾਗ ਵਿੱਚ ਉਸ ਵੇਲੇ ਚੱਲ ਰਿਹਾ ਸੀ, ਠੀਕ ਹੈ ਨਾ। ਜਿਵੇਂ ਆਪਾਂ ਗੁਰੂ ਨਾਨਕ ਦੇਵ ਜੀ ਦਾ ਮੰਨਿਆ ਐਗਜ਼ਾਮਪਲ ਲਈਏ ਕਿ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਕਿਉਂ ਲਿਖਿਆ, ਕੀ ਉਹਨਾਂ ਦੇ ਦਿਮਾਗ ਵਿੱਚ ਉਸ ਵੇਲੇ ਚੱਲ ਰਿਹਾ ਸੀਗਾ। ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਕਿਉਂ ਲਿਖੀ, ਕੀ ਉਹਨਾਂ ਦੇ ਦਿਮਾਗ ਵਿੱਚ ਉਸ ਵੇਲੇ ਚੱਲ ਰਿਹਾ ਸੀ। ਇਸ ਲਈ ਜਦੋਂ ਅਸੀਂ ਚੰਡੀ ਦੀ ਵਾਰ ਦੀ ਆਲੋਚਨਾ ਵਾਲਾ ਕੋਈ ਕੁਐਸਚਨ ਕਰਾਂਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਟੇਟ ਆਫ ਮਾਈਂਡ ਨੂੰ ਸਮਝਣਾ, ਮਨੋਦਸ਼ਾ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਕਿਸੇ ਵੀ ਰਚਨਾ ਦੇ ਆਲੋਚਕ ਲਈ ਰਿਚਰਡਸ ਇਹ ਕੁਝ ਜ਼ਰੂਰੀ ਗੱਲ ਮੰਨਦਾ ਹੈ ਕਿ ਰਿਚਰਡਸ ਦਾ ਇਹ ਮਤ ਹੈ ਕਿ ਉਸਨੇ ਆਲੋਚਕ ਨੇ ਨੈਤਿਕਤਾ ਅਤੇ ਕਦਰਾਂ ਕੀਮਤਾਂ ਬਾਰੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਿ ਆਲੋਚਕ ਜੋ ਹੈ ਜਦੋਂ ਵੀ ਉਹ ਕਿਸੇ ਰਚਨਾ ਦੀ, ਕਿਸੇ ਨਾਵਲ ਦੀ, ਕਿਸੇ ਨਾਟਕ ਦੀ, ਕਿਸੇ ਨਿੱਕੀ ਕਹਾਣੀ ਦੀ, ਕਿਸੇ ਰੇਖਾ ਚਿੱਤਰ ਦੀ, ਕਿਸੇ ਦੀ ਵੀ ਆਲੋਚਨਾ ਕਰ ਰਿਹਾ ਨਾ, ਉਸ ਵੇਲੇ ਉਹਨੇ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਰਚਨਾ ਵਿੱਚ ਕਿਹੜਾ ਪੱਖ ਜੋ ਹੈ ਉਹ ਨੈਤਿਕਤਾ ਨੂੰ ਪੇਸ਼ ਕਰ ਰਿਹਾ ਹੈ ਅਤੇ ਕਿਹੜੀਆਂ ਕਦਰਾਂ ਕੀਮਤਾਂ, ਵੈਲਿਊਜ਼ ਜਿਹੜੀਆਂ ਨੇ ਇਸ ਸਾਹਿਤ ਦੇ ਮਤਲਬ ਕਿ ਨਾਵਲ ਵਿੱਚ, ਨਾਟਕ ਵਿੱਚ, ਕਵਿਤਾ ਵਿੱਚ ਪਈਆਂ ਨੇ, ਮਤਲਬ ਕਿ ਉਹਦੇ ਪੋਜ਼ੀਟਿਵ ਗੱਲਾਂ ਵੀ ਕਰੇ। ਇਹ ਨਹੀਂ ਹੈ ਕਿ ਸਿੱਧਾ ਉਹਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦੇਵੇ, ਠੀਕ ਹੈ ਨਾ। ਉਹ ਤਾਂ ਫਿਰ ਚੁਗਲੀ ਹੋ ਜਾਂਦੀ ਹੈ। ਸਿੱਧਾ ਕਿਸੇ ਨੂੰ, ਜਦੋਂ ਅਸੀਂ ਕਿਸੇ ਬੰਦੇ ਨੂੰ ਸਿੱਧਾ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਨਾ, ਉਹ ਚੁਗਲੀ ਹੋ ਜਾਂਦੀ ਹੈ। ਆਲੋਚਨਾ ਦਾ ਮਤਲਬ ਹੈ ਕਿ ਉਹਦੇ ਕੁਝ ਪੋਜ਼ੀਟਿਵ ਗੱਲਾਂ ਵੀ ਦੱਸੇ, ਫਿਰ ਉਹਦੀਆਂ ਕੁਝ ਨੈਗੇਟਿਵ ਗੱਲਾਂ ਵੀ ਦੱਸੇ।
ਜੋ ਹੈ ਆਲੋਚਕ ਨੇ ਇਸ ਪੱਖ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਰਚਨਾ ਦਾ ਨੈਤਿਕ ਮੁੱਲ ਕੀ ਹੈ ਅਤੇ ਉਸ ਵਿੱਚ ਮੋਰਲ ਵੈਲਿਊਜ਼ ਨੂੰ ਥਾਂ ਦਿੱਤੀ ਗਈ ਹੈ ਕਿ ਨਹੀਂ। ਮਤਲਬ ਕਿ ਉਸ ਰਚਨਾ ਨੂੰ ਪੜ੍ਹ ਕੇ ਮਾਨਵਤਾ ਦੀ ਭਲਾਈ ਦਾ ਕੋਈ ਕਾਰਜ ਸਿਰੇ ਚੜ੍ਹੇਗਾ ਜਾਂ ਨਹੀਂ, ਸਮਾਜ ਦੇ ਹੱਕ ਦੀ ਇਹ ਰਚਨਾ ਕੋਈ ਗੱਲ ਕਰ ਰਹੀ ਹੈ ਜਾਂ ਨਹੀਂ, ਰਾਜਨੀਤੀ 'ਚ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੀ ਇਹ ਰਚਨਾ ਕੋਈ ਗੱਲ ਕਰ ਰਹੀ ਹੈ ਕਿ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਆਲੋਚਕ ਨੇ ਜੋ ਹੈ ਆਪਣੀ ਆਲੋਚਨਾ ਵਿੱਚ ਪੇਸ਼ ਕਰਨਾ ਚਾਹੀਦਾ ਹੈ ਜਦੋਂ ਉਹ ਕੋਈ ਨਾਵਲ, ਨਾਟਕ ਜਾਂ ਕਿਸੇ ਵੀ ਨਿੱਕੀ ਕਹਾਣੀ, ਕਿਸੇ ਦੀ ਵੀ ਸਾਹਿਤ ਰੂਪ ਦੀ ਜਦੋਂ ਆਲੋਚਨਾ ਕਰਦਾ ਹੈ। ਇਸ ਤਰ੍ਹਾਂ ਆਈ.ਏ. ਰਿਚਰਡਸ ਨੇ ਆਲੋਚਨਾ ਨੂੰ ਵਿਗਿਆਨਿਕ ਲੀਹਾਂ 'ਤੇ ਚਲਾਉਣ ਦੀ ਕੋਸ਼ਿਸ਼ ਕੀਤੀ। ਕਿੱਥੇ ਚਲਾਉਣ ਦੀ? ਸਾਇੰਟੀਫਿਕ ਲੀਹਾਂ 'ਤੇ ਉਹਨੇ ਚਲਾਉਣ ਦੀ ਕੋਸ਼ਿਸ਼ ਕੀਤੀ ਆਲੋਚਨਾ ਨੂੰ। ਅਤੇ ਆਲੋਚਨਾ ਸੰਬੰਧੀ ਰਿਚਰਡਸ ਦੀਆਂ ਜਿਹੜੀਆਂ ਹੋਰ ਪੁਸਤਕਾਂ ਨੇ ਉਹਨਾਂ ਦੇ ਨਾਮ ਦੇਖ ਲਈਏ। ਦ ਲਿਟਰੇਰੀ ਕ੍ਰਿਟਿਸਿਜ਼ਮ ਸਾਇੰਸ ਐਂਡ ਪੋਇਟਰੀ, ਅਤੇ ਦੂਜੀ ਕਿਤਾਬ ਹੈ ਦ ਪ੍ਰੈਕਟੀਕਲ ਕ੍ਰਿਟਿਸਿਜ਼ਮ ਦ ਫਿਲੋਸਫੀ ਆਫ ਰਿਟੋਰਿਕ। 2 ਕਿਤਾਬਾਂ ਨੇ। ਅਤੇ ਆਪਣੀਆਂ ਕ੍ਰਿਟਿਸਿਜ਼ਮ ਸੰਬੰਧੀ ਲਿਖੀਆਂ ਇਹਨਾਂ ਪੁਸਤਕਾਂ ਵਿੱਚ ਆਈ.ਏ. ਰਿਚਰਡਸ ਆਲੋਚਕ ਦੀ ਜ਼ਿੰਮੇਵਾਰੀ ਸੰਬੰਧੀ ਵਿਚਾਰ ਪੇਸ਼ ਕਰਦੇ ਹੋਏ ਲਿਖਦਾ ਹੈ, ਆਲੋਚਕ ਦੀ ਜ਼ਿੰਮੇਵਾਰੀ ਸੰਬੰਧੀ, ਕਿ ਆਲੋਚਕ ਦਾ ਕੰਮ ਜੋ ਹੈ ਉਹ ਲੇਖਕ ਨਾਲੋਂ ਡਬਲ ਹੁੰਦਾ ਹੈ। ਆਲੋਚਕ ਦਾ ਕੰਮ ਹੁੰਦਾ ਹੈ ਕਿ ਉਹ ਕਿਸੇ ਵੀ ਰਚਨਾ, ਚਾਹੇ ਉਹ ਨਾਵਲ ਹੋਏ, ਨਾਟਕ ਹੋਏ, ਕਵਿਤਾ ਹੋਏ, ਕਿੱਸਾ ਹੋਏ, ਵਾਰ ਹੋਏ, ਕੁਝ ਵੀ ਹੋਏ, ਦੀ ਆਲੋਚਨਾ ਕਰਨ ਤੋਂ ਪਹਿਲਾਂ ਉਸ ਰਚਨਾ ਦੇ ਸਮਰਪਣ, ਡੈਡੀਕੇਸ਼ਨ ਜਾਂ ਸੰਚਾਰ ਕਿਰਿਆ, ਕਮਿਊਨੀਕੇਟਿਵ ਐਕਟੀਵਿਟੀਜ਼ ਅਤੇ ਉਸ ਰਚਨਾ ਦੀ ਵੈਲਿਊਜ਼ ਦਾ ਵੀ ਵਿਵੇਚਨ ਕਰੇ। ਮਤਲਬ ਕਿ ਉਹ ਰਚਨਾ ਜੋ ਹੈ ਕਿਸ ਪੱਖ ਵੱਲ ਉਹ ਡੈਡੀਕੇਸ਼ਨ ਨਾਲ, ਮਤਲਬ ਕਿ ਕਿਹੜੇ ਪੱਖ ਨੂੰ, ਕਿਸ ਸਮਰਪਣ ਹੁੰਦਾ, ਮਤਲਬ ਕਿ ਕਿਸ ਨੂੰ ਸਮਰਪਿਤ ਹੋ ਕੇ ਉਹ ਰਚਨਾ ਲਿਖੀ ਗਈ ਹੈ, ਕਿਹੜੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਉਹ ਰਚਨਾ ਲਿਖੀ ਗਈ ਹੈ। ਉਹਦੀ ਕਮਿਊਨੀਕੇਸ਼ਨ ਐਕਟੀਵਿਟੀਜ਼ ਕਿਹੋ ਜਿਹੀਆਂ ਨੇ, ਮਤਲਬ ਕਿ ਲੇਖਕ ਜੋ ਹੈ ਆਪਣੀ ਗੱਲ ਨੂੰ ਦੂਜਿਆਂ ਤੱਕ ਪਹੁੰਚਾਉਣ ਵਿੱਚ ਕਿਤਨਾ ਕੁ ਸਫਲ ਰਿਹਾ ਹੈ, ਅਤੇ ਉਸ ਦੀ ਰਚਨਾ ਦੀ ਜਿਹੜੀ ਹੈ ਵੈਲਿਊ ਕੀ ਨੇ। ਇਸ ਤੋਂ ਇਲਾਵਾ ਆਈ.ਏ. ਰਿਚਰਡਸ ਦਾ ਇਹ ਵੀ ਮਤ ਹੈ ਕਿ ਆਲੋਚਕ ਦਾ ਇਹ ਵੀ ਕਰਤੱਵ ਬਣਦਾ ਹੈ ਕਿ ਉਹ ਰਚਨਾ ਦੇ ਰਾਹੀਂ ਹੋਏ ਸੰਚਾਰ ਦਾ ਪੱਧਰ ਵੀ ਦੱਸੇ। ਠੀਕ ਹੈ ਨਾ, ਕਿਹੜੇ ਲੈਵਲ ਦਾ ਸੰਚਾਰ ਹੋਇਆ, ਕੁਛ ਉਹਦੇ ਨਾਲ ਲੋਕਾਂ ਨੂੰ ਕੁਛ ਵਧੀਆ ਗੱਲ ਪਤਾ ਲੱਗੀ ਹੈ ਜਾਂ ਉਹਦੇ ਨਾਲ ਜੋ ਹੈ ਕੋਈ ਘਟੀਆ ਗੱਲ ਲੋਕਾਂ ਨੂੰ ਪਤਾ ਲੱਗੀ ਹੈ, ਉਹਦਾ ਲੈਵਲ ਕਿਹੋ ਜਿਹਾ ਹੈ ਕਮਿਊਨੀਕੇਸ਼ਨ ਦਾ। ਆਲੋਚਕ ਇਹ ਵੀ ਦੱਸੇ ਕਿ ਲੇਖਕ ਨੇ ਕਿਹੜੇ ਭਾਵ ਦਾ, ਮੀਨਸ ਕਿਹੜੇ ਰਸ ਦਾ, ਜਿਵੇਂ ਕਿਹੜੇ ਰਸ ਹੁੰਦੇ ਨੇ, ਰਸ ਵਾਲਾ ਜਿਹੜਾ ਟੋਪਿਕ ਹੈ ਉਹਦੇ 'ਚ ਬੇਟਾ ਤੁਸੀਂ ਸਾਰੇ ਰਸ ਕੀਤੇ ਨੇ, 9 ਦੇ 9 ਰਸ, ਕਿ ਲੇਖਕ ਨੇ ਜੋ ਹੈ ਸ਼ਿੰਗਾਰ ਰਸ, ਬੀਰ ਰਸ, ਅਦਭੁਤ ਰਸ, ਭਗਤੀ ਰਸ ਆਦਿ ਕਿਹੜੇ ਰਸ ਦਾ ਉਹਨੇ ਸੰਚਾਰ ਕੀਤਾ ਹੈ ਅਤੇ ਉਸ ਰਸ ਦੀ ਵੈਲਿਊ ਕੀ ਹੈ। ਠੀਕ ਹੈ ਨਾ, ਜਿਵੇਂ ਚੰਡੀ ਦੀ ਵਾਰ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਰਸ ਦਾ ਉਹਦੇ 'ਚ ਸੰਚਾਰ ਕੀਤਾ, ਬੀਰ ਰਸ ਦਾ, ਅਤੇ ਉਸ ਰਸ ਦੀ ਵੈਲਿਊ ਕੀ ਹੈ ਕਿ ਉਹਨੂੰ ਪੜ੍ਹ ਕੇ ਜੋ ਹੈ ਬੰਦੇ ਦੇ ਅੰਦਰ ਬਹਾਦਰੀ ਆ ਜਾਂਦੀ ਹੈ। ਠੀਕ ਹੈ ਨਾ। ਹੁਣ ਥੋੜ੍ਹੀ ਜਿਹੀ ਗੱਲ ਕਰਕੇ ਫਿਰ ਆਪਾਂ ਜੋ ਹੈ ਅਗਲੀ ਵੀਡੀਓ ਵਿੱਚ ਇਹ ਗੱਲ ਕਰਾਂਗੇ, ਇਹਨੂੰ ਕੁਐਸਚਨ ਨੂੰ ਪੂਰਾ ਕਰਾਂਗੇ, ਕਿਉਂਕਿ ਇਹਦੇ 'ਚ ਪੂਰਾ ਨਹੀਂ ਹੋਏਗਾ। ਰਿਚਰਡਸ ਕਿਸੇ ਵੀ ਭਾਂਤ ਦੀ ਕਲਾ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਕਮਿਊਨੀਕੇਸ਼ਨ, ਸੰਚਾਰ ਕਿਰਿਆ ਦਾ ਸ੍ਰੇਸ਼ਟ ਰੂਪ ਮੰਨਦਾ ਹੈ। ਕੀ ਮੰਨਦਾ ਹੈ ਆਈ ਰਿਚਰਡਸ? ਕਿ ਕੋਈ ਵੀ ਕਲਾ ਹੁੰਦੀ ਹੈ ਨਾ, ਭਾਵੇਂ ਉਹ ਸਾਹਿਤ ਕਲਾ ਹੋਏ, ਚਿੱਤਰ ਕਲਾ ਹੋਏ, ਮੂਰਤੀ ਕਲਾ ਹੋਏ, ਸੰਗੀਤ ਕਲਾ ਹੋਏ, ਕੋਈ ਵੀ ਕਲਾ ਹੋਏ, ਉਹਦੇ ਨਾਲ ਤੁਸੀਂ ਆਪਣੀ ਗੱਲ ਨੂੰ ਦੂਜੇ ਤੱਕ ਬਹੁਤ ਵਧੀਆ ਤਰੀਕੇ ਨਾਲ ਪਹੁੰਚਾ ਸਕਦੇ ਹੋ, ਆਪਣੀ ਗੱਲ ਨੂੰ ਦੂਜੇ ਤੱਕ। ਜੇਕਰ ਕੋਈ ਬੰਦਾ ਤੁਹਾਡੇ ਤੋਂ ਦੂਰ ਬੈਠਾ ਹੈ, ਤੁਸੀਂ ਆਪਣੀ ਗੱਲ ਨੂੰ ਸੰਗੀਤ ਨਾਲ, ਸਾਹਿਤ ਨਾਲ, ਚਿੱਤਰ ਕਲਾ ਜਾਂ ਮੂਰਤੀ ਕਲਾ ਕਿਸੇ ਵੀ ਤਰੀਕੇ ਨਾਲ ਜੋ ਹੈ ਪਹੁੰਚਾ ਸਕਦੇ ਹੋ। ਓਕੇ ਬੇਟਾ, ਇਹਦੇ ਤੋਂ ਬਾਅਦ ਜੋ ਹੈ ਅਸੀਂ ਅਗਲੀ ਵੀਡੀਓ 'ਚ ਕਰਾਂਗੇ, ਕਿ ਵੀਡੀਓ ਕਾफ़ी ਲੰਬੀ ਹੋ ਗਈ, 13 ਮਿੰਟ ਹੋ ਗਏ। ਓਕੇ ਬੇਟਾ, ਥੈਂਕ ਯੂ।